हेलो एवरीवन, वेलकम टू स्टडी शॉर्टकट्स। हियर स्टडी बिकम्स ईजियर। जी पंजाब पब्लिक सर्विस कमीशन पीपीएससी ਦੇ ਅੰਡਰ ਜਿਹੜੀਆਂ 198 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸੀਨੀਅਰ ਅਸਿਸਟੈਂਟ ਦੀਆਂ, ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਾਂਗੇ ਜੀ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਆਊਟ ਹੋਈਆਂ ਨੇ। ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਨੇ, ਲੇਕਿਨ ਡਿਪਾਰਟਮੈਂਟ ਜਿਹੜੀਆਂ ਅਲੱਗ-ਅਲੱਗ ਡਿਪਾਰਟਮੈਂਟ ਹੈ। ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ, ਉਸ ਦੇ ਵਿੱਚ 21 ਪੋਸਟਾਂ ਜਿਹੜੀਆਂ ਨੇ ਉਹ ਹੈੱਡ ਆਫਿਸ ਦੀਆਂ ਆਊਟ ਹੋਈਆਂ ਨੇ ਤੇ 61 ਪੋਸਟਾਂ ਸਬੋਰਡੀਨੇਟ ਆਫਿਸ ਦੀਆਂ ਆਊਟ ਕੀਤੀਆਂ ਗਈਆਂ ਨੇ। ਗਰੁੱਪ ਬੀ ਦੀਆਂ ਇਹ ਪੋਸਟਾਂ ਹੁੰਦੀਆਂ ਨੇ ਜੀ। ਇਸੇ ਤਰ੍ਹਾਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ 13 ਪੋਸਟ ਆਊਟ ਕੀਤੀਆਂ ਗਈਆਂ ਨੇ। ਡਿਪਾਰਟਮੈਂਟ ਆਫ ਪਬਲਿਕ ਵਰਕਸ ਦੇ ਵਿੱਚ 78 ਪੋਸਟ ਆਊਟ ਕੀਤੀਆਂ ਗਈਆਂ ਨੇ। ਡਿਪਾਰਟਮੈਂਟ ਆਫ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ 1 ਪੋਸਟ ਹੈਗੀ ਹੈ ਜੀ। ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਵਿੱਚ ਸੀਨੀਅਰ ਅਸਿਸਟੈਂਟ ਦੀਆਂ 12 ਪੋਸਟ ਆਊਟ ਕੀਤੀਆਂ ਗਈਆਂ ਨੇ। ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਦੇ ਵਿੱਚ 4 ਪੋਸਟਾਂ ਤੇ ਇਸੇ ਤਰ੍ਹਾਂ ਰੈਵਨਿਊ ਰੀਹੈਬਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜ ਦੇ ਵਿੱਚ 8 ਪੋਸਟਾਂ। ਤਾਂ ਟੋਟਲ ਜਿਹੜੀਆਂ ਨੇ ਜੀ 198 ਪੋਸਟਾਂ ਨੇ। ਜੁਆਇੰਟ ਪੇਪਰ ਜਿਹੜਾ ਤੁਹਾਡਾ ਲਿੱਤਾ ਜਾਏਗਾ ਜੁਆਇੰਟ ਕੰਪੀਟੀਟਿਵ ਐਗਜ਼ਾਮੀਨੇਸ਼ਨ, ਸਾਰੀਆਂ ਪੋਸਟਾਂ ਦੇ ਲਈ ਪੇਪਰ ਹੋਏਗਾ ਤੇ ਟੋਟਲ ਪੋਸਟਾਂ ਜਿਹੜੇ ਨੇ ਜੀ 198 ਪੋਸਟਾਂ ਨੇ। ਹੁਣ ਇਹਨਾਂ ਪੋਸਟਾਂ ਨੂੰ ਲੈ ਕੇ ਇੰਨਾ ਵਿਵਾਦ ਕਿਉਂ ਛਿੜਿਆ ਹੋਇਆ ਜੀ, ਚਰਚਾ ਦੇ ਵਿੱਚ ਕਿਉਂ ਹੈ ਇਹ ਪੋਸਟਾਂ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦੇਖੋ ਇਹਦੇ ਵਿੱਚ ਹੈ ਕਿ ਡਿਪਾਰਟਮੈਂਟ ਜਿਹੜੇ ਨੇ ਜੀ ਉਹ 8 ਨੇ, ਲੇਕਿਨ ਪੇਪਰ ਜਿਹੜਾ ਇਹਨਾਂ ਦਾ ਇੱਕ ਹੋਏਗਾ। ਇੱਕ ਕੰਪੀਟੀਟਿਵ ਐਗਜ਼ਾਮ ਜਿਹੜਾ ਸਾਰਿਆਂ ਦੇ ਲਈ ਹੋਏਗਾ। ਲੇਕਿਨ ਇਹਦੇ ਵਿੱਚ ਰੋਲਾ ਇਸ ਗੱਲ ਦਾ ਹੈਗਾ ਜੀ ਕਿ 8 ਡਿਪਾਰਟਮੈਂਟ ਦੇ ਲਈ ਤੁਸੀਂ ਜਿਹੜਾ ਫਾਰਮ ਫਿਲ ਕਰਨਾ ਹੈ ਉਹ ਵੀ ਤੁਸੀਂ 8 ਅਲੱਗ-ਅਲੱਗ ਫਾਰਮ ਫਿਲ ਕਰਨੇ ਨੇ। 8 ਅਲੱਗ-ਅਲੱਗ ਐਪਲੀਕੇਸ਼ਨ ਫਾਰਮ ਤੁਸੀਂ ਇਹਦੇ ਵਿੱਚ ਫਿਲ ਕਰੋਗੇ 8 ਡਿਪਾਰਟਮੈਂਟ ਦੇ ਲਈ। ਹਾਲਾਂਕਿ ਪੇਪਰ ਇੱਕ ਹੋਏਗਾ, ਲੇਕਿਨ ਫਾਰਮ ਤੁਸੀਂ 8 ਵਾਰ ਫਿਲ ਕਰਨਾ ਹੈ। 8 ਅਲੱਗ-ਅਲੱਗ ਫਾਰਮਸ ਫਿਲ ਕਰਨੇ ਨੇ। ਤੇ ਇਸ ਦੇ ਨਾਲ ਜਿਹੜਾ ਮੇਨ ਇੱਥੇ ਰੋਲਾ ਜਾਂ ਮੇਨ ਇਸ਼ੂ ਹੈਗਾ ਉਹ ਇਹ ਹੈ ਕਿ 8 ਐਪਲੀਕੇਸ਼ਨ ਫਾਰਮ ਫਿਲ ਕਰਨ ਦੇ ਨਾਲ ਤੁਸੀਂ 8 ਵਾਰ ਆਪਣੀ ਐਪਲੀਕੇਸ਼ਨ ਫੀ ਜਿਹੜੀ ਹੈ ਇੱਥੇ ਲਗਾਓਗੇ। ਫੋਰ ਐਗਜ਼ਾਮਪਲ ਇਹ ਹੈਗਾ ਜੀ ਐਪਲੀਕੇਸ਼ਨ ਐਂਡ ਐਗਜ਼ਾਮੀਨੇਸ਼ਨ ਫੀ। ਇਹਦੇ ਵਿੱਚ ਆਨਲਾਈਨ ਐਪਲੀਕੇਸ਼ਨ ਚਾਰजेस ਯਾਨੀ ਕਿ ਐਪਲੀਕੇਸ਼ਨ ਫੀ ਜੋ ਕਿ ਤੁਸੀਂ 8 ਵਾਰ ਫਿਲ ਕਰਨੀ ਹੈ ਉਹ ਹੈਗੀ ਹੈ ਜੀ ਕੈਟੇਗਰੀ ਵਾਈਜ਼ ਸਾਰਿਆਂ ਦੇ ਲਈ ਸੇਮ ਰਹੇਗੀ, 500 ਰੁਪਏ ਹੈ। ਜਨਰਲ ਕੈਂਡੀਡੇਟ ਦੀ ਗੱਲ ਕਰ ਲਈਏ ਤਾਂ ਜਨਰਲ ਕੈਂਡੀਡੇਟ ਨੂੰ 8 ਵਾਰ 500 ਰੁਪਏ ਫਿਲ ਕਰਨਾ ਪਏਗਾ। ਦੈਟ ਮੀਨਸ 4000 ਰੁਪਏ ਐਪਲੀਕੇਸ਼ਨ ਫਾਰਮ ਹੋ ਗਿਆ। ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਫੀ ਹੈ ਉਹ ਤੁਸੀਂ ਸਿੰਗਲ ਪੇ ਕਰੋਗੇ ਤਾਂ ਜਨਰਲੀ 1000 ਰੁਪਏ ਇੱਥੇ ਐਗਜ਼ਾਮੀਨੇਸ਼ਨ ਫੀਸ ਦਿੱਤੀ ਹੋਈ ਹੈ। ਤਾਂ 4000 ਪਲੱਸ 1000 ਟੋਟਲ 5000 ਉਹਨਾਂ ਨੂੰ ਪੇ ਕਰਨਾ ਪਏਗਾ। 5000 ਰੁਪਏ ਫॉर 198 ਪੋਸਟਾਂ ਸੀਨੀਅਰ ਅਸਿਸਟੈਂਟ। ਜੇ ਦੇਖਿਆ ਜਾਵੇ ਤਾਂ 198 ਪੋਸਟਾਂ ਵੀ ਨਹੀਂ ਹੈਗੀਆਂ। 198 ਪੋਸਟਾਂ ਦਾ ਟੋਟਲ ਨਹੀਂ, ਲੇਕਿਨ ਉਸ ਤੋਂ ਬਾਅਦ ਕੈਟੇਗਰੀਜ਼ ਨੇ। ਜਨਰਲ ਕੈਟੇਗਰੀ ਯਾਨੀ ਕਿ ਓਪਨ ਕੈਟੇਗਰੀ ਜਿਸ ਦੇ ਵਿੱਚ ਜਨਰਲ ਸੀਟ ਲੈ ਸਕਦਾ ਵਿਦ ਅਦਰ ਕੈਂਡੀਡੇਟਸ, ਅਦਰ ਕੈਟੇਗਰੀ ਦੇ ਕੈਂਡੀਡੇਟਸ ਵੀ ਆ ਸਕਦੇ ਤੇ ਨਾਲ ਜਨਰਲ ਦਾ ਜਿਹੜਾ ਕੈਂਡੀਡੇਟ ਹੈ ਉਸਨੂੰ ਓਪਨ ਦੇ ਵਿੱਚ ਹੀ ਸੀਟ ਮਿਲਦੀ ਆ, ਹੋਰ ਕਿਸੇ ਕੈਟੇਗਰੀ ਦੇ ਵਿੱਚ ਸੀਟ ਨਹੀਂ ਮਿਲਦੀ। ਤਾਂ ਉਸ ਦੇ ਵਿੱਚ ਅਗਰ ਆਪਾਂ ਪੋਸਟਾਂ ਦੀ ਗਿਣਤੀ ਕਰ ਲਈਏ ਤਾਂ ਉਹ ਉਸ ਤੋਂ ਵੀ ਜ਼ਿਆਦਾ ਘੱਟ ਹੈ। 198 ਤੋਂ ਵੀ ਜ਼ਿਆਦਾ ਘੱਟ ਹੈ। ਉਹ ਕਰੀਬਨ 76-80 ਦੇ ਕਰੀਬ ਜਿਹੜੀਆਂ ਪੋਸਟਾਂ ਨੇ। ਸੋ ਉਸਦੇ ਲਈ 5000 ਰੁਪਇਆ ਇੱਕ ਵਾਰ ਉਹ ਪੇ ਕਰੇਗਾ ਇੱਕ ਬੇਰੁਜ਼ਗਾਰ ਕੈਂਡੀਡੇਟ। ਤਾਂ ਇਹ ਚੀਜ਼ ਇੱਥੇ ਸੋਚਣ ਵਾਲੀ ਹੈ ਕਿ ਉਹ ਤਾਂ ਪਹਿਲਾਂ ਹੀ ਬੇਰੁਜ਼ਗਾਰ ਨੇ, ਬੇਰੁਜ਼ਗਾਰ ਦੇ ਪਾਸ ਤਾਂ ਪਹਿਲਾਂ ਹੀ ਸੋਰਸ ਨਹੀਂ ਹੈਗਾ ਇਨਕਮ ਦਾ, ਤੇ ਉਹ ਇੱਕ ਪੇਪਰ ਭਰਨ ਦੇ ਲਈ 5000 ਰੁਪਏ ਅਗਰ ਇੱਥੇ ਪੇ ਕਰ ਰਿਹਾ ਹੈ ਤਾਂ ਉਹ ਕਿਸ ਤਰ੍ਹਾਂ ਪੇ ਕਰੇਗਾ। ਇੱਕ ਟਾਈਮ ਦੀ ਇਹ ਇਨਵੈਸਟਮੈਂਟ ਕਿੰਨੀ ਜ਼ਿਆਦਾ ਹੈ। ਉਸ ਤੋਂ ਬਾਅਦ ਅਗਰ ਉਸਨੇ ਪੜ੍ਹਾਈ ਕਰਨੀ ਹੈ, ਇਸਦੀ ਕੋਚਿੰਗ ਲੈਣੀ ਹੈ ਤਾਂ ਫਿਰ ਉਸਦੀਆਂ ਜਿਹੜਾ ਖਰਚਾ ਹੈ, ਉਸ ਤੋਂ ਬਾਅਦ ਐਗਜ਼ਾਮ ਦੇਣ ਜਾਣਾ ਉਸਦੇ ਖਰਚੇ ਹੈ। ਸੋ ਇਹ ਖਰਚਾ ਬਹੁਤ ਜ਼ਿਆਦਾ ਹੈ ਇੱਕ ਐਪਲੀਕੇਸ਼ਨ ਫਾਰਮ ਤੇ ਇੱਕ ਵਾਰ ਇੱਕ ਪੇਪਰ ਨੂੰ। ਜਦੋਂ ਕਿ ਪੇਪਰ ਜਿਹੜਾ ਹੈ ਉਹ ਜੁਆਇੰਟ ਹੈ, ਤੁਹਾਡੇ ਲਈ ਸਿਟਿੰਗ ਅਰੇਂਜਮੈਂਟ ਜਿਹੜਾ ਇੱਕ ਹੋਏਗਾ ਇੱਕ ਪੇਪਰ ਦੇ ਲਈ, ਲੇਕਿਨ ਉਸਦੇ ਲਈ 8 ਅਲੱਗ-ਅਲੱਗ ਐਪਲੀਕੇਸ਼ਨ ਫੀਸ ਜਿਹੜੀ ਹੈ ਭਰਵਾਈ ਜਾ ਰਹੀ ਹੈ। ਟੋਟਲ 5000 ਰੁਪਏ ਇੱਕ ਕੈਂਡੀਡੇਟ ਜਿਹੜਾ ਇੱਥੇ ਫਿਲ ਕਰ ਰਿਹਾ ਹੈ। ਉਸ ਤੋਂ ਬਾਅਦ ਅਗਰ ਆਪਾਂ ਇੱਥੇ ਦੇਖਿਆ ਜਾਵੇ ਕਿ ਰਿਜ਼ਰਵ ਕੈਟੇਗਰੀ ਲਈ ਜੋ ਐਗਜ਼ਾਮੀਨੇਸ਼ਨ ਫੀਸ ਹੈ ਇੱਥੇ 250 ਰੁਪਏ ਹੈ, ਲੇਕਿਨ ਜਨਰਲ ਕੈਟੇਗਰੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਇੱਥੇ ਹੋਰ ਅਦਰ ਕੈਟੇਗਰੀਜ਼ ਜਿਹੜੀਆਂ ਨੇ ਸਪੋਰਟਸ ਪਰਸਨ ਆਫ ਪੰਜਾਬ ਦੇ ਲਈ ਹੈ ਜਾਂ ਵਾਰਡਸ ਆਫ ਫਰੀडम ਫਾਈਟਰਸ ਦੇ ਲਈ ਹੈ, ਉੱਥੇ ਐਪਲੀਕੇਸ਼ਨ ਫੀਸ ਜਿਹੜੀ ਇੱਥੇ 1000 ਰੁਪਏ ਹੈ। ਬਿਲਕੁਲ ਇਹ ਫੀਸ ਵੀ ਜਿਹੜੀ ਹੈ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਗੈਪ ਹੈਗਾ ਸਾਨੂੰ ਗੈਪ ਦਿਖਾਈ ਦੇ ਰਿਹਾ, ਬਹੁਤ ਜ਼ਿਆਦਾ ਗੈਪ ਹੈ। ਇੱਕ ਪਾਸੇ 250 ਰੁਪਏ ਦੇ ਵਿੱਚ ਸਿਟਿੰਗ ਅਰੇਂਜਮੈਂਟ ਹੋ ਰਿਹਾ ਤੇ ਇੱਕ ਪਾਸੇ 1000 ਰੁਪਏ ਦੇ ਵਿੱਚ ਹੋ ਰਿਹਾ। ਇਹ ਗੈਪ ਵੀ ਬਹੁਤ ਜ਼ਿਆਦਾ ਹੈ। ਕਿਤੇ ਨਾ ਕਿਤੇ ਗੈਪ ਵੀ ਜਿਹੜਾ ਘੱਟ ਹੋਣਾ ਚਾਹੀਦਾ। ਅਗਰ ਆਪਾਂ ਦੁੱਗਣੇ ਦੀ ਵੀ ਗੱਲ ਕਰ ਲਈਏ, ਰਿਜ਼ਰਵ ਕੈਟੇਗਰੀਜ਼ ਲਈ ਇੱਥੇ ਐਗਜ਼ਾਮੀਨੇਸ਼ਨ ਫੀਸ 250 ਰੁਪਏ ਦੇ ਵਿੱਚ ਅਰੇਂਜਮੈਂਟ ਕੀਤਾ ਜਾ ਸਕਦਾ ਹੈ, ਤਾਂ ਫਿਰ ਜੋ ਜਨਰਲ ਕੈਟੇਗਰੀ ਆ ਉਹਨਾਂ ਲਈ ਡਬਲ ਕਰਕੇ 500 ਰੁਪਏ 'ਚ ਵੀ ਕੀਤਾ ਜਾ ਸਕਦਾ। ਤਾਂ 1000 ਜਿਹੜਾ ਹੈ ਇਹ ਗੈਪ ਵੀ ਬਹੁਤ ਜ਼ਿਆਦਾ ਹੈ, ਇਸਨੂੰ ਵੀ ਘੱਟ ਕਰਨਾ ਚਾਹੀਦਾ। ਬਟ ਫਿਲਹਾਲ ਦੀ ਗੱਲ ਇਹ ਹੈਗੀ ਹੈ ਜੀ ਕਿ ਐਪਲੀਕੇਸ਼ਨ ਫਾਰਮ ਵੀ ਜਿਹੜਾ ਉਹ 8 ਵਾਰ ਅਲੱਗ-ਅਲੱਗ ਐਪਲੀਕੇਸ਼ਨ ਫੀਸ ਜਿਹੜੀ ਹੈ ਭਰਨੀ ਪਏਗੀ। ਤਾਂ ਟੋਟਲ 5000 ਰੁਪਇਆ ਕੁਛ 76-80 ਪੋਸਟਾਂ ਦੇ ਲਈ ਕੈਂਡੀਡੇਟ ਜਿਹੜਾ ਇੱਥੇ ਜਨਰਲ ਕੈਟੇਗਰੀ ਵਾਲਾ ਜਿਹੜਾ ਫਿਲ ਕਰ ਰਿਹਾ। ਬਾਕੀ ਕੈਟੇਗਰੀਜ਼ ਵਾਲੇ ਵੀ ਆਪਣੀ ਆਪਣੀ ਕੈਟੇਗਰੀਜ਼ ਦੇ ਅਕੋਰਡਿੰਗ ਪਲੱਸ ਜਨਰਲ ਦੇ ਅਕੋਰਡਿੰਗ ਜਿੰਨੀਆਂ ਪੋਸਟਾਂ ਨੇ ਉਹਨਾਂ ਦੇ ਲਈ ਉਹ ਪੇ ਹੈ ਉਹ ਕਰਨਗੇ। ਸੋ ਇਹ ਪੇਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਹੈਗੀ ਹੈ।
ਆਪਣੀ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਪਹੁੰਚਾਓ ਤਾਂ ਕਿ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ। ਹਾਂ, ਇਹ ਜਿਹੜੀ ਫੀਸਾਂ ਭਰਵਾਈਆਂ ਜਾਂਦੀਆਂ ਨੇ ਐਪਲੀਕੇਸ਼ਨ ਫਾਰਮ ਵਗੈਰਾ ਫਿਲ ਕਰਵਾਉਣ ਲਈ, ਫੀਸ ਬਹੁਤ ਜ਼ਿਆਦਾ ਨੇ ਔਰ ਇਸ ਦੇ ਵਿੱਚ ਤਾਂ ਹੱਦ ਹੀ ਕਰ ਰੱਖੀ ਹੈ 5000 ਰੁਪਏ ਸਿਰਫ ਕੁਝ ਪੋਸਟਾਂ ਦੇ ਲਈ, ਬਹੁਤ ਹੀ ਘੱਟ ਪੋਸਟਾਂ ਦੇ ਲਈ 5000 ਰੁਪਇਆ। ਉਹ ਵੀ ਇੱਕ ਬੇਰੁਜ਼ਗਾਰ ਤੋਂ ਜਿਸ ਦੇ ਪਾਸ ਰੁਜ਼ਗਾਰ ਨਹੀਂ, ਜਿਸ ਦੇ ਪਾਸ ਇਨਕਮ ਦਾ ਕੋਈ ਸੋਰਸ ਨਹੀਂ, ਉਹ ਇੰਨਾ ਪੈਸਾ ਫਿਲ ਕਰ ਰਿਹਾ ਤੇ ਕਿਤੇ ਨਾ ਕਿਤੇ ਬਹੁਤ ਹੀ ਗਲਤ ਗੱਲ ਹੈਗੀ ਹੈ ਕਿਉਂਕਿ ਹਰ ਇੱਕ ਕੈਂਡੀਡੇਟ ਕੋਈ ਇੱਕ ਪੇਪਰ ਤਾਂ ਫਿਲ ਨਹੀਂ ਕਰਦਾ। ਜਿੰਨੇ ਪੇਪਰ ਆਉਂਦੇ ਆ ਹਰ ਇੱਕ ਕੈਂਡੀਡੇਟ SSB PPSC ਦੇ ਅਲੱਗ-ਅਲੱਗ ਪੇਪਰ ਜਿਹੜਾ ਉਹ ਫਿਲ ਕਰਦਾ ਕਿਉਂਕਿ ਉਸਨੂੰ ਇੱਦਾਂ ਹੁੰਦਾ ਕਿ ਸ਼ਾਇਦ ਕਿਸੇ ਪੋਸਟ ਦੇ ਵਿੱਚ ਉਹਦਾ ਨੰਬਰ, ਉਹਦਾ ਰੈਂਕ ਜਿਹੜਾ ਆ ਜਾਏਗਾ ਤਾਂ ਹਰ ਇੱਕ ਫੀਸ ਹਰ ਇੱਕ ਪੇਪਰ ਲਈ ਉਹਨੇ ਫਿਲ ਕਰਨੀ ਹੈ। ਉੱਥੇ ਉਹ ਇੱਕ ਪੇਪਰ ਲਈ 5000 ਰੁਪਇਆ ਉਹ ਫਿਲ ਹੀ ਨਹੀਂ ਕਰ ਸਕਦਾ। ਇੰਨੇ ਪੈਸੇ ਇੰਨਾ ਇੱਕ ਬੇਰੁਜ਼ਗਾਰ ਜਿਹੜਾ ਉਹ ਨਹੀਂ ਦੇ ਸਕਦਾ। ਇਹ ਬਹੁਤ ਗਲਤ ਗੱਲ ਹੈ ਇੱਥੇ ਤੇ ਇਹ ਚੀਜ਼ ਜਿਹੜੀ ਹੈ ਇੱਥੇ ਖਤਮ ਹੋਣੀ ਚਾਹੀਦੀ ਹੈ। ਇਹ ਫੀਸ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇੱਥੋਂ ਫੀਸ ਜਿਹੜੀ ਉਹ ਘੱਟ ਕਰਨੀ ਚਾਹੀਦੀ ਹੈ। ਸੋ ਪਲੀਜ਼ ਵੱਧ ਤੋਂ ਵੱਧ ਇਸ ਵੀਡੀਓ ਨੂੰ ਫੈਲਾਓ, ਵੱਧ ਤੋਂ ਵੱਧ ਜ਼ਿਆਦਾ ਅੱਗੇ ਤੱਕ ਇਹ ਵੀਡੀਓ ਨੂੰ ਪਹੁੰਚਾਓ ਤਾਂ ਕਿ ਇਹ ਇਸ਼ੂ ਜਿਹੜਾ ਉਹ ਹਰ ਇੱਕ ਤੱਕ ਪਹੁੰਚ ਸਕੇ ਤੇ ਫੀਸ ਜਿਹੜੀ ਹੈ ਉਹ ਘੱਟ ਹੋਣੀ ਚਾਹੀਦੀ ਹੈ। ਇੰਨਾ ਹੀ ਜ਼ਿਆਦਾ ਫੀਸ ਇੱਕ ਬੇਰੁਜ਼ਗਾਰ ਤੋਂ ਕੁਝ ਪੋਸਟਾਂ ਦੇ ਲਈ, ਕੁਝ 76-80 ਪੋਸਟਾਂ ਫॉर ਜਨਰਲ ਕੈਟੇਗਰੀ ਲਈ ਹੈ ਤੇ ਬਾਕੀ ਕੈਟੇਗਰੀਜ਼ ਲਈ ਵੀ ਤੁਸੀਂ ਦੇਖ ਸਕਦੇ ਹੋ ਆਪਣੀ ਆਪਣੀ ਕੈਟੇਗਰੀ ਦੇ ਅਕੋਰਡਿੰਗ ਕਿ ਕਿੰਨੀਆਂ ਪੋਸਟਾਂ ਨੇਗੀਆਂ ਤੇ ਉਸ ਦੇ ਅਕੋਰਡਿੰਗ ਤੁਸੀਂ ਦੇਖ ਲਓ ਕਿ ਤੁਸੀਂ ਕਿੰਨਾ ਪੈਸਾ ਤੁਸੀਂ ਇੱਥੇ ਤੁਹਾਨੂੰ ਫਿਲ ਕਰਨਾ ਪਏਗਾ। ਸੋ ਇਹ ਬਹੁਤ ਜ਼ਿਆਦਾ ਹੈਗਾ ਜੀ। ਇਸ ਚੀਜ਼ ਨੂੰ ਤੁਸੀਂ ਵੱਧ ਤੋਂ ਵੱਧ ਉਠਾਓ, ਹਰ ਇੱਕ ਤੱਕ ਇਹ ਵੀਡੀਓ ਜਿਹੜੀ ਹੈ ਜ਼ਰੂਰ ਪਹੁੰਚਾਓ। ਬਾਕੀ ਕੈਟੇਗਰੀ ਵਾਈਜ਼ ਮੈਂ ਤੁਹਾਨੂੰ ਇੱਥੇ ਵੰਡ ਦਿਖਾ ਦਿੰਦੀ ਹਾਂ। ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਹੈੱਡ ਆਫਿਸ ਡਿਪਾਰਟਮੈਂਟ ਆਫ ਸਕੂਲ ਐਂਡ ਐਜੂਕੇਸ਼ਨ ਦੇ ਵਿੱਚ ਜੋ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਨੇ, ਜਰਨਲ ਦੇ ਲਈ 8 ਪੋਸਟਾਂ ਨੇ, EWS ਦੇ ਲਈ 2 ਪੋਸਟਾਂ, ਐਕਸ ਸਰਵਿਸਮੈਨ ਦੀਆਂ 2 ਪੋਸਟਾਂ, PWD 1 ਪੋਸਟ, SC ਦੇ ਲਈ 2 ਪੋਸਟ, SC MNB ਦੀਆਂ 3 ਪੋਸਟ, SC MNB ESM ਦੀਆਂ 1 ਪੋਸਟ ਐਂਡ BC ਦੀਆਂ 2 ਪੋਸਟ। ਟੋਟਲ ਇੱਥੇ 21 ਪੋਸਟਾਂ ਨੇ ਜੀ, ਜਿਹਦੇ ਵਿੱਚੋਂ 8 ਪੋਸਟਾਂ ਵਿਮਨ ਲਈ ਰਿਜ਼ਰਵ ਨੇ। ਇਸੇ ਤਰ੍ਹਾਂ ਤੁਸੀਂ ਆਪਣੀ ਆਪਣੀ ਕੈਟੇਗਰੀ ਦੇ ਮੁਤਾਬਿਕ ਇੱਥੇ ਸਾਰੀ ਜਿਹੜੀ ਵੰਡ ਦੇਖ ਸਕਦੇ ਹੋ। ਟੋਟਲ 'ਚ ਇਹ ਪੋਸਟਾਂ 198 ਨੇ। ਇਹਦੇ ਵਿੱਚ ਤੁਸੀਂ 8 ਐਪਲੀਕੇਸ਼ਨ ਫਾਰਮ ਅਲੱਗ-ਅਲੱਗ ਤੋਂ ਭਰੋਗੇ। ਅਗਰ ਆਪਾਂ ਅਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਇਹਦੇ ਵਿੱਚ ਤਾਂ ਇਹਨਾਂ ਨੇ ਦਿੱਤਾ ਹੋਇਆ ਕਿ ਤੁਹਾਡੇ ਪਾਸ ਇੱਕ ਤਾਂ ਬੈਚਲਰਸ ਡਿਗਰੀ ਯਾਨੀ ਕਿ ਤੁਹਾਡੇ ਪਾਸ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕੁਆਲੀਫਾਈਂਗ ਦਾ ਇਹਦੇ ਲਈ ਜੋ ਟੈਸਟ ਹੋਏਗਾ ਉਹ ਤੁਸੀਂ ਟੈਸਟ ਜਿਹੜਾ ਉਹ ਕੁਆਲੀਫਾਈ ਕਰਨਾ ਹੈ। 120 ਘੰਟੇ ਵਾਲਾ ਜੋ ਤੁਹਾਡੇ ਕੋਲ ਇੱਥੇ ਕੰਪਿਊਟਰ ਦਾ ਜੋ ਸਰਟੀਫਿਕੇਟ ਹੁੰਦਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਜਾਂ ਇਸ ਤੋਂ ਇਲਾਵਾ ਤੁਹਾਡੇ ਪਾਸ O ਲੈਵਲ ਸਰਟੀਫਿਕੇਟ ਹੋਵੇ ਤਾਂ ਉਹ ਵੀ ਚੱਲੇਗਾ। ਤੇ ਇਸ ਤੋਂ ਇਲਾਵਾ ਅ ਪਰਸਨ ਸੋ ਅਪੁਆਇੰਟਡ ਐ ਸੀਨੀਅਰ ਅਸਿਸਟੈਂਟ ਇਨ ਦ ਟਰਮਸ ਆਫ ਪ੍ਰੋਵੀਜ਼ਨਸ ਆਫ ਸਬ ਰੂਲ ਸ਼ੈਲ ਬਿਫੋਰ ਹਿਜ਼ ਅਪੁਆਇੰਟਮੈਂਟ ਉਹਦਾ ਇੱਕ ਟਾਈਪਿੰਗ ਟੈਸਟ ਵੀ ਜਿਹੜਾ ਹੋਏਗਾ ਉਹ ਵੀ ਇਹਦਾ ਜ਼ਰੂਰ ਕਲੀਅਰ ਹੋਣਾ ਚਾਹੀਦਾ ਹੈ। ਸਪੀਡ ਜਿਹੜੀ ਉਹ 30 ਵਰਡਸ ਪਰ ਮਿੰਟ ਜਿਹੜੀ ਇੱਥੇ ਰੱਖੀ ਜਾਏਗੀ। ਇੰਗਲਿਸ਼ ਔਰ ਪੰਜਾਬੀ ਦੋਨਾਂ ਦਾ ਤੁਹਾਡਾ ਇੱਥੇ ਟਾਈਪਿੰਗ ਟੈਸਟ ਜਿਹੜਾ ਹੋਏਗਾ। ਸਿਲੇਬਸ ਦੀ ਗੱਲ ਕਰ ਲਈਏ ਜਾਂ ਐਗਜ਼ਾਮ ਦੀ ਗੱਲ ਕਰ ਲਈਏ ਤਾਂ 120 ਨੰਬਰਾਂ ਦਾ ਤੁਹਾਡਾ ਇੱਥੇ ਐਗਜ਼ਾਮ ਹੋਏਗਾ। 480 ਮਾਰਕਸ, ਇੱਕ ਕੁਐਸਚਨ ਦੇ 4 ਨੰਬਰ ਹੋਣਗੇ। ਨੈਗੇਟਿਵ ਮਾਰਕਿੰਗ ਵੀ ਰਹੇਗੀ, ਇੱਕ ਨੰਬਰ ਜਿਹੜਾ ਇੱਕ ਕੁਐਸਚਨ ਗਲਤ ਹੋਣ 'ਤੇ ਤੁਹਾਡਾ ਕੱਟ ਜਾਏਗਾ ਕਿਉਂਕਿ 4 ਨੰਬਰ ਦਾ ਇੱਕ ਕੁਐਸਚਨ ਹੈ। 0.25 ਦੀ ਨੈਗੇਟਿਵ ਮਾਰਕਿੰਗ ਰਹੇਗੀ। ਕਰੰਟ ਅਫੇਅਰ GK ਐਂਡ ਕਰੰਟ ਅਫੇਅਰ ਆਏਗੀ ਜੀ 80 ਕੁਐਸਚਨ ਆਉਣਗੇ 320 ਨੰਬਰਾਂ ਦੇ। ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ 40 ਕੁਐਸਚਨ 160 ਨੰਬਰਾਂ ਦੇ ਤੇ ਟੋਟਲ 120 ਕੁਐਸਚਨ ਹੋ ਗਏ ਜੀ 480 ਨੰਬਰਾਂ ਦੇ। ਇਹ ਤੁਹਾਡਾ ਇੱਥੇ ਐਗਜ਼ਾਮ ਪੈਟਰਨ ਤੇ ਸਿਲੇਬਸ ਰਹੇਗਾ। ਬਾਕੀ ਉਹੀ ਜੀ ਏਜ ਜਿਹੜੀ 18 ਤੋਂ 37 ਸਾਲ ਇਹਦੇ ਵਿੱਚ ਰਹੇਗੀ। ਬਾਕੀ ਕੈਟੇਗਰੀ ਵਾਈਜ਼ ਜੋ ਰਿਲੈਕਸੇਸ਼ਨ ਮਿਲਦੀ ਆ ਉਹ ਜ਼ਰੂਰ ਦਿੱਤੀ ਜਾਏਗੀ। ਇਸ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਜਦ ਵੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਫਾਰਮ ਫਿਲ ਕਰੋਗੇ ਤਾਂ ਅਗਰ ਤੁਸੀਂ ਇੱਕ ਪੋਸਟ ਤੋਂ ਵੱਧ ਪੋਸਟਾਂ ਬਾਰੇ ਯਾਨੀ ਕਿ ਇੱਕ ਡਿਪਾਰਟਮੈਂਟ ਤੋਂ ਜ਼ਿਆਦਾ ਡਿਪਾਰਟਮੈਂਟਸ ਦੇ ਵਿੱਚ ਆਪਣਾ ਪੋਸਟ ਦੇ ਲਈ ਅਪਲਾਈ ਕਰਦੇ ਹੋ ਤਾਂ ਹਰ ਇੱਕ ਦੇ ਲਈ ਤੁਸੀਂ ਜਦ ਆਪਣਾ ਫੀਸ ਫਿਲ ਕਰੋਗੇ ਤਾਂ ਬੈਂਕ ਚਲਾਨ ਲੱਗੇਗਾ। ਸੋ ਇਹਨਾਂ ਨੇ ਮੈਂਸ਼ਨ ਕੀਤਾ ਕਿ ਬੈਂਕ ਚਲਾਨ ਹਰ ਇੱਕ ਡਿਪਾਰਟਮੈਂਟ ਦੇ ਲਈ ਜਦ ਤੁਸੀਂ ਫੀਸ ਭਰ ਰਹੇ ਹੋ ਤਾਂ ਉਹ ਬੈਂਕ ਚਲਾਨ ਦੀ ਕਾਪੀ ਤਾਂ ਲੱਗੇਗੀ, ਲੇਕਿਨ ਅਗਰ ਤੁਸੀਂ ਇੱਕ ਤੋਂ ਜ਼ਿਆਦਾ ਲਈ ਫਿਲ ਕਰ ਰਹੇ ਹੋ ਤਾਂ ਇੱਕ ਡਿਪਾਰਟਮੈਂਟ ਦੀ ਬੈਂਕ ਚਲਾਨ ਦੀ ਕਾਪੀ ਵੀ ਤੁਸੀਂ ਨਾਲ ਲਗਾਓਗੇ ਪਲੱਸ ਮਾਸਟਰ ਬੈਂਕ ਚਲਾਨ ਵੀ ਤੁਸੀਂ ਇਸ ਦੇ ਨਾਲ ਲਗਾਓਗੇ। ਅਗਰ ਕਿਸੇ ਨੇ ਮਾਸਟਰ ਬੈਂਕ ਚਲਾਨ ਜਿਹੜਾ ਨਹੀਂ ਲਗਾਇਆ ਤਾਂ ਉਹਦੀ ਜਿਹੜੀ ਕੈਂਡੀਡੇਚਰ ਹੈ ਯਾਨੀ ਕਿ ਉਹਦਾ ਜਿਹੜਾ ਫਾਰਮ ਹੈ ਉਹ ਇੱਥੇ ਰਿਜੈਕਟ ਕਰ ਦਿੱਤਾ ਜਾਏਗਾ। ਅਗਰ ਤੁਸੀਂ ਮੰਨ ਲਓ 2 ਪੋਸਟਾਂ ਦੇ ਲਈ ਜਾਂ 3 ਪੋਸਟਾਂ ਦੇ ਲਈ ਅਪਲਾਈ ਕਰਦੇ ਹੋ ਤਾਂ ਉਹਨਾਂ ਤੁਸੀਂ 2 ਜਾਂ 3 ਪੋਸਟਾਂ ਦੇ ਲਈ ਜੋ ਤੁਸੀਂ ਫੀਸ ਭਰੋਗੇ ਬੈਂਕ ਚਲਾਨ ਦੀ ਕਾਪੀ ਤਾਂ ਲੱਗੇਗੀ, ਨਾਲ ਤਿੰਨਾਂ ਦਾ ਇੱਕ ਇਕੱਠਾ ਮਾਸਟਰ ਬੈਂਕ ਚਲਾਨ ਵੀ ਜਿਹੜਾ ਤੁਸੀਂ ਇੱਥੇ ਲਗਾਓਗੇ। ਅਗਰ ਤੁਸੀਂ ਪਾਰਟੀਕੂਲਰ ਬੈਂਕ ਚਲਾਨ ਤਾਂ ਲਗਾ ਦਿੱਤੇ ਪਰ ਮਾਸਟਰ ਬੈਂਕ ਚਲਾਨ ਨਹੀਂ ਲਗਾਇਆ ਤਾਂ ਫਿਰ ਤੁਹਾਡਾ ਇੱਥੇ ਐਪਲੀਕੇਸ਼ਨ ਫਾਰਮ ਜਿਹੜਾ ਉਹ ਰਿਜੈਕਟ ਕਰ ਦਿੱਤਾ ਜਾਊਗਾ। ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ। ਬਾਕੀ ਚਲਾਨ ਦੀ ਕਾਪੀ ਜਿਹੜੀ ਹੈ ਤੁਹਾਨੂੰ ਇਹਦੇ ਵਿੱਚੋਂ ਹੀ ਮਿਲ ਜਾਏਗੀ, ਇਸ ਫਾਰਮ ਦੇ ਵਿੱਚੋਂ ਹੀ ਮਿਲ ਜਾਏਗੀ ਜਿਨ੍ਹਾਂ ਨੇ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਤੁਸੀਂ ਮਾਸਟਰ ਬੈਂਕ ਚਲਾਨ ਜਿਹੜਾ ਤੁਸੀਂ ਮਾਸਟਰ ਚਲਾਨ ਜਿਹੜਾ ਇਹਦੇ ਵਿੱਚ ਲਗਾਉਣਾ ਹੈ। ਸੋ ਇਸ ਜੀ ਇਨਫੋਰਮੇਸ਼ਨ ਆਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੱਧ ਤੋਂ ਵੱਧ ਇਸ ਇਨਫੋਰਮੇਸ਼ਨ ਨੂੰ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਓ ਤਾਂ ਕਿ ਇਸ ਦੇ ਵਿੱਚ ਜੋ 5000 ਰੁਪਏ ਇੱਕ ਕੈਂਡੀਡੇਟ ਤੋਂ ਭਰਵਾਇਆ ਜਾ ਰਿਹਾ ਕੁਝ ਪੋਸਟਾਂ ਦੇ ਲਈ ਉਹ ਜਿਹੜੀ ਚੀਜ਼ ਹੈ ਇੱਥੇ ਖਤਮ ਹੋ ਸਕੇ। ਸੋ ਇਹ ਸੀ ਜੀ ਇਨਫੋਰਮੇਸ਼ਨ ਆਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰੋ। ਇਸੇ ਤਰ੍ਹਾਂ ਜੇ ਤੁਸੀਂ ਲੇਟੈਸਟ ਇਨਫੋਰਮੇਸ਼ਨ ਤੇ ਜੋਬ ਰਿਲੇਟਡ ਇਨਫੋਰਮੇਸ਼ਨ ਪਾਉਣ ਦੇ ਲਈ ਤੁਸੀਂ ਆਪਣੇ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ।